देखो बड़ी खुशी की गल है। मेरे ख्याल इदों खुशी की गल मेरे लिए तो नहीं हो सकती, क्योंकि जिस पैशन ने और प्रोफैशन ने इस लैवल तक लिया के खड़ा किया और उहदे लई तुसीं खुद किते ना किते कंट्रीब्यूट करते हो सोसाइटी दे विच एक दूसरे दे नाल चंगा रहना। अच्छा, इसे तरह ही असीं सोसाइटी दे विच रहिंदे हां, एक दूसरे नूं चंगा पास दईए, पास लईए। सो ये सारियां चीज़ां इस स्पोर्ट दे विचों सानूं लंबे अरसे तो बाद इस तरीके दे नाल आना क्या किथे क्यों नहीं ਆਪਾਂ ਉਸ ਚੀਜ਼ ਲੈਵਲ ਤੇ ਪਹੁੰਚ ਪਾਉਂਦੇ ਜਿਸ ਤਰੀਕੇ ਦਾ ਸਪੋਰਟਸ ਆਮ ਤੌਰ ਤੇ ਦੇਖਿਆ ਜਾਂਦਾ ਸਪੋਰਟਸ ਨੂੰ ਬਹੁਤ ਤਵੱਜੋ ਜ਼ਰੂਰ ਦਿੱਤੀ ਜਾਂਦੀ ਹੈ। ਜਿਹੜੀ ਹਾਕੀ ਆ ਉਹ ਸਪੈਸ਼ਲੀ ਨੈਚੁਰਲ ਗਰਾਸ ਤੋਂ ਐਸਟ੍ਰੋਟਰਫ ਤੇ ਆਈ ਆ। ਐਸਟ੍ਰੋਟਰਫਸ ਦੀ ਕਮੀ ਹੈਗੀ ਆ, ਸਿੰਥੈਟਿਕ ਇਕਵਿਪਮੈਂਟ ਦੀ ਕਮੀ ਹੈਗੀ ਆ, ਉਸ ਤਰ੍ਹਾਂ ਦੇ ਕੋਚਸ ਦੀ, ਫਿਜ਼ੀਕਲ ਟ੍ਰੇਨਰਸ ਦੀ। ਲੇਕਿਨ ਅਸੀਂ ਕਈ ਕੰਟਰੀਆਂ ਤੋਂ, ਜਿੱਦਾਂ ਸਾਡਾ ਕੋਚ ਆਸਟ੍ਰੇਲੀਆ ਤੋਂ ਹੈਗਾ, ਫਿਜ਼ੀਕਲ ਟ੍ਰੇਨਰ ਕਿਸੇ ਹੋਰ ਦੇਸ਼ ਦਾ ਹੈਗਾ। ਸੋ ਇਹ ਸਾਰੀਆਂ ਚੀਜ਼ਾਂ ਸਾਨੂੰ ਸਾਡੇ ਸਿਸਟਮ ਦੇ ਵਿੱਚ ਪ੍ਰੋਵਾਈਡ ਕਰਾਉਣੀਆਂ ਚਾਹੀਦੀਆਂ, ਇਨ ਹਾਊਸ ਹੋਣੀਆਂ ਚਾਹੀਦੀਆਂ। ਇਹਦੇ ਵਿੱਚ ਤਾਂ ਈਵਨ ਕਿ ਬਹੁਤੇ ਕੰਟਰੀ 2032 ਤੇ 2036 ਦੀ ਤਿਆਰੀ ਵੀ ਕਰ ਰਹੇ ਨੇ। ਉਹਦੇ ਵਿੱਚ ਦੇਖੋ ਜਿਹੜੇ ਸਾਇੰਸ ਦੀ ਤਰੱਕੀ ਕਰ ਰਹੀ ਆ, ਉਹਦੇ ਵਿੱਚ ਕਈ ਵਾਰੀ ਫਿਜ਼ੀਕਲੀ, ਕਿਉਂਕਿ ਪਹਿਲਾਂ ਜਦੋਂ ਅਸੀਂ ਫਿਜ਼ੀਕਲ ਟ੍ਰੇਨਿੰਗ ਕਰਦੇ ਸੀ ਉਦੋਂ ਹੋਰ ਮੈਥਡ ਯੂਜ਼ ਹੁੰਦਾ ਸੀਗਾ, ਹੁਣ ਹੋਰ ਮੈਥਡ ਯੂਜ਼ ਹੁੰਦਾ। ਸਾਡੇ ਕੋਲ ਇਨਫਰਾਸਟ੍ਰਕਚਰ ਵਧੇ, ਸਾਡੇ ਕੋਲ ਇਕਵਿਪਮੈਂਟ ਦੀ, ਕਿਉਂਕਿ ਹੁੰਦਾ ਕੀ ਆ, ਬੱਚੇ ਹੰਬਲ ਬੈਕਗਰਾਊਂਡ ਤੋਂ ਆਉਂਦੇ ਆ, ਉਹਨਾਂ ਕੋਲ ਇਕਵਿਪਮੈਂਟ ਨਹੀਂ ਹੁੰਦਾ, ਉਹਨਾਂ ਕੋਲ ਚੰਗੀ ਡਾਈਟ ਨਹੀਂ ਹੁੰਦੀ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਧਣ ਲਈ ਜਿਹੜੀ ਆ ਕਿਤੇ ਨਾ ਕਿਤੇ ਸਾਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਆ। ਸੋ ਲੜਕੀਆਂ ਦੀ ਮੈਂ ਕਹਿੰਦਾ ਉਦੋਂ ਵੀ ਵੱਡੀ ਜਿਹੜੀ ਆ ਉਹ ਇੰਪੋਰਟੈਂਸ ਹੈਗੀ ਆ, ਕਿਉਂਕਿ ਉਹਨਾਂ ਨੂੰ ਇਦੋਂ ਵੀ ਘੱਟ ਫੈਸਿਲਿਟੀਜ਼ ਮਿਲਦੀਆਂ। ਔਰ ਮੇਰਾ ਖਿਆਲ ਹੈ ਕਿ ਉਹਨਾਂ ਨੇ ਸਾਡੇ ਲਈ ਜ਼ਿਆਦਾ ਪ੍ਰਾਊਡ ਮੂਵਮੈਂਟ ਲੈ ਕੇ ਆਉਂਦੀਆਂ ਹੈਗੀਆਂ। ਜੇ ਮੈਡਲ ਨਹੀਂ ਵੀ ਜਿੱਤਣਗੀਆਂ ਫਿਰ ਵੀ ਉਹ ਸਾਡੇ ਲਈ ਮੈਂ ਸਮਝਦਾ ਉਹਨਾਂ ਦੀ ਬਹੁਤ ਸਾਨੂੰ ਇਨਕਰੇਜ ਕਰਨਾ ਚਾਹੀਦਾ, ਔਰ ਸਾਨੂੰ ਉਹਨਾਂ ਨੂੰ ਲੜਕਿਆਂ ਦੇ ਈਵਨ ਬੈਟਰ ਟਰੀਟ ਕਰਨਾ ਚਾਹੀਦਾ ਲੜਕਿਆਂ ਨੂੰ। 4 ਦਹਾਕਿਆਂ ਦੇ ਬਾਅਦ ਅੱਜ ਇੱਕ ਬਹੁਤ ਵੱਡੀ ਖੁਸ਼ੀ ਜਿਹੜੇ ਭਾਰਤ ਦੇ ਨਾਮ ਲੱਗੀ ਹੈ, ਜਿਸ ਤਰੀਕੇ ਦੇ ਨਾਲ ਜਿੱਤ ਹਾਸਿਲ ਕੀਤੀ ਹੈ ਹਾਕੀ ਦੇ ਵਿੱਚ। ਸਾਡੇ ਨਾਲ ਗੱਲ ਕਰਨ ਦੇ ਲਈ ਪ੍ਰਗਟ ਸਰ ਮੌਜੂਦ ਹੈ। ਸਰ, ਇੱਕ ਬਹੁਤ ਵੱਡੀ ਜਿੱਤ ਹੋਈ ਹੈ ਔਰ ਇੱਕ ਲੰਬੇ ਅਰਸੇ ਤੋਂ ਬਾਅਦ ਕਿਸ ਤਰੀਕੇ ਨਾਲ ਤੁਸੀਂ ਵੇਖਦੇ ਹੋ? ਦੇਖੋ ਬੜੀ ਖੁਸ਼ੀ ਦੀ ਗੱਲ ਹੈ। ਮੇਰੇ ਖਿਆਲ ਇਦੋਂ ਖੁਸ਼ੀ ਦੀ ਗੱਲ ਮੇਰੇ ਲਈ ਤਾਂ ਨਹੀਂ ਹੋ ਸਕਦੀ, ਕਿਉਂਕਿ ਜਿਸ ਪੈਸ਼ਨ ਨੇ ਔਰ ਪ੍ਰੋਫੈਸ਼ਨ ਨੇ ਇਸ ਲੈਵਲ ਤੱਕ ਲਿਆ ਕੇ ਖੜਾ ਕੀਤਾ ਔਰ ਉਹਦੇ ਲਈ ਤੁਸੀਂ ਖੁਦ ਕਿਤੇ ਨਾ ਕਿਤੇ ਕੰਟਰੀਬਿਊਟ ਕਰਦੇ ਹੋ ਨਵੀਂ ਜਨਰੇਸ਼ਨ ਲਈ, ਬੱਚਿਆਂ ਲਈ, ਤਾਂ ਮੈਨੂੰ ਲੱਗਦਾ ਇਹ ਤੋਂ ਵੱਧ ਖੁਸ਼ੀ ਦੀ ਗੱਲ ਹੋਰ ਹੋ ਨਹੀਂ ਸਕਦੀ। ਸਰ, ਤੁਸੀਂ ਵੀ ਜਿਸ ਤਰੀਕੇ ਦੇ ਨਾਲ ਬਹੁਤ ਵੱਡੇ ਪਲੇਅਰ ਰਹੇ ਹੋ, ਤੁਸੀਂ ਕੋਚ ਵੀ ਰਹੇ ਹੋ, ਓਲੰਪਿਕਸ ਵੀ ਤੁਸੀਂ ਖੇਡੇ ਆ। ਅਗਰ ਬਾਰੀਕੀਆਂ ਦੀ ਗੱਲ ਕੀਤੀ ਜਾਵੇ, ਟੈਕਨੀਕਲ ਚੀਜ਼ਾਂ ਦੇਖਿਆ ਜਾਵੇ, ਤੁਸੀਂ ਮੈਚ ਪ੍ਰੋਪਰ ਦੇਖ ਰਹੇ ਹੋ, ਕਿਹੜੇ ਟੈਕਨੀਕਸ ਹੁੰਦੇ ਹੈ ਜਿਹੜੀਆਂ ਬਹੁਤ ਧਿਆਨ ਰੱਖਣਾ ਜ਼ਰੂਰੀ ਹੁੰਦੀ ਹੈ? ਲਾਸਟ ਮੂਵਮੈਂਟ ਦੇ ਉੱਪਰ ਕਿਸ ਤਰੀਕੇ ਦੀ ਹੁੰਦੀ, ਕਿੱਦਾਂ ਦੀ ਕਿਉਰਿਓਸਿਟੀ ਹੁੰਦੀ ਹੈ, ਕਿਸ ਤਰੀਕੇ ਦੀ ਚੀਜ਼ਾਂ ਹੁੰਦੀਆਂ ਹੈ? ਬਾਰੀਕੀ ਦੇ ਅਗਰ ਦਰਸ਼ਕ, ਕਿਉਂਕਿ ਸਰ ਜਿੱਤ ਹੋਈ ਹੈ ਸੁਭਾਵਿਕ ਹੈ, ਬਹੁਤ ਵੱਡੀ ਖੁਸ਼ੀ ਦੀ ਗੱਲ ਹੈ, ਬਾਰੀਕੀਆਂ ਕਿਆ ਹੁੰਦੀਆਂ, ਕਿਆ ਟ੍ਰਿਕਸ ਹੁੰਦੇ ਆ, ਉਹ ਦਰਸ਼ਕ ਜ਼ਰੂਰ ਜਾਣਨਾ ਚਾਹੁੰਦੇ। ਦੇਖੋ ਇੱਕ ਲੰਬਾ ਸਮਾਂ ਲੱਗਦਾ ਕਿਸੇ ਵੀ ਪਲੇਅਰ ਨੂੰ ਬਣਨ ਲਈ। ਉਹਦੇ ਵਿੱਚੋਂ ਉਹਦਾ ਮੈਂਟਲੀ ਟਫ ਹੋਣਾ, ਫਿਜ਼ੀਕਲੀ ਟਫ ਹੋਣਾ, ਸਕਿੱਲ ਦਾ ਬੈਟਰ ਹੋਣਾ, ਉਹਦੇ ਨਾਲ ਟੀਮ ਕੋਂਬੀਨੇਸ਼ਨ ਦਾ ਹੋਣਾ, ਉਹਦੇ ਨਾਲ ਜਿਸ ਤਰ੍ਹਾਂ ਅਲੱਗ-ਅਲੱਗ ਜੈਸੇ ਪੈਨਲਟੀ ਕਾਰਨਰ ਹੈ, ਗੋਲ ਕੀਪਿੰਗ ਹੈ, ਫਾਰਵਰਡ ਲਾਈਨ ਦੀ ਪੈਨੀਟ੍ਰੇਸ਼ਨ ਹੈ, ਬਾਲ ਪੋਜੈਸ਼ਨ ਹੈ, ਇਹ ਸਾਰੀਆਂ ਚੀਜ਼ਾਂ ਦਾ ਹੋਣਾ ਔਰ ਉਹਨੂੰ ਕੰਬਾਈਨ ਕਰਕੇ ਇੱਕ ਮਾਈਂਡ ਨਾਲ, ਜਿੱਦਾਂ ਕਹਿ ਲਓ ਕਿ ਇੱਕ ਮੇਨ ਸਰਵਰ ਹੁੰਦਾ ਨਾ, ਅਤੇ ਉਹਦੇ ਨਾਲ ਬਾਕੀ ਕੰਪਿਊਟਰ ਜੁੜੇ ਹੁੰਦੇ ਆ। ਇਸੇ ਤਰ੍ਹਾਂ ਹੀ ਇੱਕ ਵੈਲ ਨੈਟ ਟੀਮ ਜਿਹੜੀ ਆ, ਔਰ ਇਹਦੇ ਨਾਲ ਹੀ ਇੱਕ ਸਾਡੇ ਸਮਾਜ ਦੇ ਵਿੱਚ ਕਿਤੇ ਨਾ ਕਿਤੇ ਉਹ ਸਪਿਰਿਟ ਪੈਦਾ ਹੁੰਦੀ ਆ, ਜਿਹਦੀ ਨੈਸ਼ਨਲ ਸਪਿਰਿਟ ਜਿਹਨੂੰ ਕਹਿੰਦੇ ਆ। ਸੋ ਸੁਸਾਇਟੀ ਦੇ ਵਿੱਚ ਇੱਕ ਦੂਸਰੇ ਦੇ ਨਾਲ ਚੰਗਾ ਰਹਿਣਾ। ਅੱਛਾ, ਇਸੇ ਤਰ੍ਹਾਂ ਹੀ ਅਸੀਂ ਸੁਸਾਇਟੀ ਦੇ ਵਿੱਚ ਰਹਿੰਦੇ ਹਾਂ, ਇੱਕ ਦੂਸਰੇ ਨੂੰ ਚੰਗਾ ਪਾਸ ਦਈਏ, ਪਾਸ ਲਈਏ। ਸੋ ਇਹ ਸਾਰੀਆਂ ਚੀਜ਼ਾਂ ਇਸ ਸਪੋਰਟ ਦੇ ਵਿੱਚੋਂ ਸਾਨੂੰ ਸਿੱਖਣ ਨੂੰ ਮਿਲਦਾ। ਸਰ, ਕਿਆ ਕਾਰਨ ਮੰਨਦੇ ਹੋ ਇੰਨੇ ਲੰਬੇ ਅਰਸੇ ਤੋਂ ਬਾਅਦ ਇਸ ਤਰੀਕੇ ਦੇ ਨਾਲ ਆਣਾ? ਕਿਆ ਕਿਥੇ ਕਿਉਂ ਨਹੀਂ ਆਪਾਂ ਉਸ ਚੀਜ਼ ਲੈਵਲ ਪਰ ਪਹੁੰਚ ਪਾਉਂਦੇ ਜਿਸ ਤਰੀਕੇ ਦਾ ਸਪੋਰਟਸ ਆਮ ਤੌਰ ਤੇ ਦੇਖਿਆ ਜਾਂਦਾ ਸਪੋਰਟਸ ਨੂੰ ਬਹੁਤ ਤਵੱਜੋ ਜ਼ਰੂਰ ਦਿੱਤੀ ਜਾਂਦੀ ਹੈ, ਲੇਕਿਨ ਕਿਆ ਤੁਸੀਂ ਕਾਰਨ ਮੰਨਦੇ ਹੋ, ਕਿਆ ਚੀਜ਼ਾਂ ਦੀ ਕਮੀ ਹੈ? ਬਹੁਤ ਕਮੀਆਂ ਹੈਗੀਆਂ। ਆਪਾਂ ਅੱਜ ਕਮੀਆਂ ਨਾ ਅੰਕੀਏ, ਉਹਦਾ ਕਾਰਨ ਇਹ ਹੈ ਕਿ ਜਿਹੜੀ ਹਾਕੀ ਆ ਉਹ ਸਪੈਸ਼ਲੀ ਨੈਚੁਰਲ ਗਰਾਸ ਤੋਂ ਐਸਟ੍ਰੋਟਰਫ ਤੇ ਆਈ ਆ। ਐਸਟ੍ਰੋਟਰਫਸ ਦੀ ਕਮੀ ਹੈਗੀ ਆ, ਸਿੰਥੈਟਿਕ ਇਕਵਿਪਮੈਂਟ ਦੀ ਕਮੀ ਹੈਗੀ ਆ, ਉਸ ਤਰ੍ਹਾਂ ਦੇ ਕੋਚਸ ਦੀ, ਫਿਜ਼ੀਕਲ ਟ੍ਰੇਨਰਸ ਦੀ, ਸਾਈਕੋਲੋਜਿਸਟ ਦੀ, ਈਵਨ ਕਿ ਜਿਹੜਾ ਵੀਡੀਓਗ੍ਰਾਫਰਸ, ਕਿਉਂਕਿ ਜਦੋਂ ਤੁਸੀਂ ਪਲੇਅਰ ਨੂੰ ਉਹਦੇ ਗਲਤੀਆਂ ਬਣਾ ਕੇ ਦਿਖਾਉਂਦੇ ਆ, ਉਹਦੀ ਰੈਕਟੀਫਿਕੇਸ਼ਨ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਰਿਕੁਆਇਰਡ ਹੁੰਦੀਆਂ
ਇਸ ਲੈਵਲ ਤੇ ਅਚੀਵ ਕਰਨ ਲਈ। ਸੋ ਉਹ ਹਜੇ ਤੱਕ ਵੀ ਨਹੀਂ ਹੈਗੀਆਂ, ਲੇਕਿਨ ਅਸੀਂ ਕਈ ਕੰਟਰੀਆਂ ਤੋਂ, ਜਿੱਦਾਂ ਸਾਡਾ ਕੋਚ ਆਸਟ੍ਰੇਲੀਆ ਤੋਂ ਹੈਗਾ, ਫਿਜ਼ੀਕਲ ਟ੍ਰੇਨਰ ਕਿਸੇ ਹੋਰ ਦੇਸ਼ ਦਾ ਹੈਗਾ, ਸੋ ਇਹ ਸਾਰੀਆਂ ਚੀਜ਼ਾਂ ਸਾਨੂੰ ਸਾਡੇ ਸਿਸਟਮ ਦੇ ਵਿੱਚ ਪ੍ਰੋਵਾਈਡ ਕਰਾਉਣੀਆਂ ਚਾਹੀਦੀਆਂ, ਇਨ ਹਾਊਸ ਹੋਣੀਆਂ ਚਾਹੀਦੀਆਂ, ਤਾਂ ਹੀ ਹੌਲੀ ਹੌਲੀ ਅਸੀਂ ਸਰ ਜਿਹੜਾ ਕਿਆ ਆने वाले समय 'ਚ ਜਿਸ ਤਰੀਕੇ ਦੇ ਨਾਲ ਅਸੀਂ ਬ੍ਰੌਂਜ਼ ਜਿੱਤੇ ਹੈ, 골ਡ ਆਪਾਂ ਲੈ ਕੇ ਆਈਏ, ਇਸ ਖੇਡ ਨੂੰ ਵੀ ਮਤਲਬ ਆਪਾਂ 골ਡ ਦੇ ਪੱਧਰ ਦੇ ਉੱਪਰ ਆਪਾਂ ਇਸ ਨੂੰ ਸੈਲੀਬ੍ਰੇਟ ਕਰੀਏ, ਉਸ ਚੀਜ਼ ਦੇ ਲਈ ਕਿਆ ਕੀ ਲੱਗਦਾ ਹੈ ਕਿ ਕਿੰਨਾ ਵਰਕ ਹੋਣਾ ਜ਼ਰੂਰੀ ਹੈ, ਕਿੰਨੇ ਜਲਦੀ ਲੈਵਲ ਦੇ ਉੱਪਰ ਕੀਤਾ ਜਾਏਗਾ, ਕਿਉਂਕਿ ਸਾਡੇ ਆਉਣ ਵਾਲੇ ਸਮੇਂ ਵਿੱਚ ਵੀ 올림픽ਸ ਹੋਣ ਵਾਲੇ ਆ, ਉਹਦੇ ਵਿੱਚ ਵੀ ਸਾਡੀ ਇਹਦੇ ਵਿੱਚ ਕੁਝ ਜਲਦੀ ਨਹੀਂ ਹੁੰਦਾ। ਅੱਛਾ, ਟਾਈਮ ਲੱਗੇਗਾ ਇਹਦੇ ਵਿੱਚ ਬੇਸਿਕਲੀ ਆਪਾਂ ਇਹ ਨਹੀਂ ਕਹਿ ਸਕਦੇ 2024 ਦੇ ਵਿੱਚ, 2028 ਦੇ ਵਿੱਚ, ਇਹਦੇ ਵਿੱਚ ਤਾਂ ਈਵਨ ਕਿ ਬਹੁਤੇ ਕੰਟਰੀ 2032 ਤੇ 2036 ਦੀ ਤਿਆਰੀ ਵੀ ਕਰ ਰਹੇ ਨੇ। ਉਹਦੇ ਵਿੱਚ ਦੇਖੋ ਜਿਹੜੇ ਸਾਇੰਸ ਦੀ ਤਰੱਕੀ ਕਰ ਰਹੀ ਆ, ਉਹਦੇ ਵਿੱਚ ਕਈ ਵਾਰੀ ਫਿਜ਼ੀਕਲੀ, ਕਿਉਂਕਿ ਪਹਿਲਾਂ ਜਦੋਂ ਅਸੀਂ ਫਿਜ਼ੀਕਲ ਟ੍ਰੇਨਿੰਗ ਕਰਦੇ ਸੀ ਉਦੋਂ ਹੋਰ ਮੈਥਡ ਯੂਜ਼ ਹੁੰਦਾ ਸੀਗਾ, ਹੁਣ ਹੋਰ ਮੈਥਡ ਯੂਜ਼ ਹੁੰਦਾ। ਪਹਿਲਾਂ ਸਾਨੂੰ ਕਈ ਵਾਰੀ ਸੱਟ ਦੇ ਉੱਤੇ ਸੇਕ ਦੇਣ ਲਈ ਕਹਿੰਦੇ ਸੀ, ਹੁਣ ਬਰਫ਼ ਲਾਉਣ ਲਈ ਕਹਿੰਦੇ ਆ। ਸੋ ਬਹੁਤ ਚੀਜ਼ਾਂ ਜਿਹੜੀਆਂ ਚੇਂਜ ਹੋ ਰਹੀਆਂ, ਔਰ ਉਹ ਨਾਲ ਸਾਡੇ ਸਿਸਟਮ ਦੇ ਵਿੱਚ ਵੀ ਹੋਣੀਆਂ ਚਾਹੀਦੀਆਂ, ਅਸੀਂ ਤਾਂ ਹੀ ਅੱਗੇ ਵੱਧ ਸਕਾਂਗੇ। ਸਰ ਪਿਛਲੇ ਅਗਰ ਬਜਟ ਦੀ ਗੱਲ ਕੀਤੀ ਜਾਵੇ ਤਾਂ ਕਾਫੀ ਬਜਟ ਦੇ ਵਿੱਚ ਘਾਟਾ ਕੀਤਾ ਗਿਆ ਸੀ, ਕਿਆ ਲੱਗਦਾ ਕਿ ਅਗਰ ਆਪਣਾ ਬਜਟ ਸਹੀ ਰਹੇ ਤਾਂ ਖਿਡਾਰੀਆਂ ਨੂੰ ਹੋਰ ਵੀ ਚੀਜ਼ ਹੱਲਾਸ਼ੇਰੀ ਮਿਲ ਸਕਦੀ ਸੀ? ਨਹੀਂ, ਸਾਨੂੰ ਬਜਟ ਤਾਂ ਵਧਾਉਣੇ ਚਾਹੀਦੇ ਆ। ਸਾਨੂੰ ਕਿਸੇ ਹੋਰ ਮਦ ਤੋਂ, ਸਾਨੂੰ ਕਿਸੇ ਹੋਰ ਐਂਗਲ ਤੋਂ ਬਜਟ ਭਾਵੇਂ ਘੱਟ ਕਰ ਦਈਏ, 2 ਸੀਵਰੇਜ ਘੱਟ ਪੈ ਜਾਣਗੇ, ਕੀ ਫਰਕ ਪੈ ਜਾਊਗਾ, ਬਟ ਇਹਦੇ ਵਿੱਚ ਜ਼ਰੂਰ ਸਾਨੂੰ ਬਜਟ ਐਨਹਾਂਸ ਕਰਨੇ ਚਾਹੀਦੇ ਆ। ਐਨਹਾਂਸ ਵੀ ਉਸ ਤਰ੍ਹਾਂ ਕਰਨੇ ਚਾਹੀਦੇ ਆ ਜਿਹਦੇ ਨਾਲ ਸਾਡਾ ਕੋਚਿੰਗ ਲੈਵਲ ਬੈਟਰ ਹੋਵੇ, ਸਾਡਾ ਬੇਸ ਵਧੇ, ਸਾਡੇ ਕੋਲ ਇਨਫਰਾਸਟ੍ਰਕਚਰ ਵਧੇ, ਸਾਡੇ ਕੋਲ ਇਕਵਿਪਮੈਂਟ ਦੀ, ਕਿਉਂਕਿ ਹੁੰਦਾ ਕੀ ਆ, ਬੱਚੇ ਹੰਬਲ ਬੈਕਗਰਾਊਂਡ ਤੋਂ ਆਉਂਦੇ ਆ, ਉਹਨਾਂ ਕੋਲ ਇਕਵਿਪਮੈਂਟ ਨਹੀਂ ਹੁੰਦਾ, ਉਹਨਾਂ ਕੋਲ ਚੰਗੀ ਡਾਈਟ ਨਹੀਂ ਹੁੰਦੀ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਧਣ ਲਈ ਜਿਹੜੀ ਆ, ਕਿਤੇ ਨਾ ਕਿਤੇ ਸਾਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਆ। ਸੋ ਮੈਨੂੰ ਇਹ ਲੱਗਦਾ ਹੈਗਾ ਕਿ ਆਪਾਂ ਨੂੰ ਇਹ ਸਾਰੀਆਂ ਚੀਜ਼ਾਂ ਨੂੰ ਵਧਾਉਣ ਦੀ ਜ਼ਰੂਰਤ ਹੈਗੀ ਹੈ। ਸਰ ਕੀ ਲੱਗਦਾ ਹੈ ਕਿ ਕਿਆ ਕਾਰਨ ਤੁਸੀਂ ਇਹ ਚੀਜ਼ਾਂ ਮੰਨਦੇ ਹੋ ਕਿ ਆਉਣ ਵਾਲੇ ਸਮੇਂ ਵਿੱਚ ਅਗਰ ਜਿਸ ਤਰੀਕੇ ਦੇ ਨਾਲ ਹਾਕੀ ਦਾ ਹੁਣ ਹੋ ਰਿਹਾ ਹੈ, ਬ੍ਰੌਂਜ਼ ਜਿੱਤੇ ਹੈ, ਕੁੜੀਆਂ ਵੀ ਇਸ ਚੀਜ਼ ਵਿੱਚ, ਔਰ ਅੱਗੇ ਸਮੇਂ 'ਚ ਉਸ ਚੀਜ਼ ਨੂੰ ਉਹਦੇ ਲਈ ਕਿਆ ਦੇਖੋ, ਲੜਕੀਆਂ ਦੀ ਮੈਂ ਕਹਿੰਦਾ ਉਦੋਂ ਵੀ ਵੱਡੀ ਜਿਹੜੀ ਆ ਉਹ ਇੰਪੋਰਟੈਂਸ ਹੈਗੀ ਆ, ਕਿਉਂਕਿ ਉਹਨਾਂ ਨੂੰ ਇਦੋਂ ਵੀ ਘੱਟ ਫੈਸਿਲਿਟੀਜ਼ ਮਿਲਦੀਆਂ, ਔਰ ਮੇਰਾ ਖਿਆਲ ਹੈ ਕਿ ਉਹਨਾਂ ਨੇ ਸਾਡੇ ਲਈ ਜ਼ਿਆਦਾ ਪ੍ਰਾਊਡ ਮੂਵਮੈਂਟ ਲੈ ਕੇ ਆਉਂਦੀਆਂ ਹੈਗੀਆਂ। ਔਰ ਜਿੱਥੇ ਉਹ ਮੈਡਲ, ਮੈਂ ਤਾਂ ਕਹਿੰਦਾ ਉਹ ਮੈਡਲ ਜਿੱਤਣਗੀਆਂ, ਪਰ ਜੇ ਮੈਡਲ ਨਹੀਂ ਵੀ ਜਿੱਤਣਗੀਆਂ ਫਿਰ ਵੀ ਉਹ ਸਾਡੇ ਲਈ, ਮੈਂ ਸਮਝਦਾ ਉਹਨਾਂ ਦੀ ਬਹੁਤ ਸਾਨੂੰ ਇਨਕਰੇਜ ਕਰਨਾ ਚਾਹੀਦਾ, ਔਰ ਸਾਨੂੰ ਉਹਨਾਂ ਨੂੰ ਲੜਕਿਆਂ ਦੇ ਈਵਨ ਬੈਟਰ ਟਰੀਟ ਕਰਨਾ ਚਾਹੀਦਾ ਲੜਕਿਆਂ ਨਾਲ। ਸਰ ਜਿਸ ਤਰੀਕੇ ਦੇ ਨਾਲ ਸਰਕਾਰ ਨੇ ਵੀ ਹੁਣ ਅਨਾਉਂਸ ਕੀਤਾ ਹੈ ਕਿ ਅਸੀਂ 1 ਕਰੋੜ ਵੀ ਦੇਣਗੇ, ਲੇਕਿਨ ਕੀ ਲੱਗਦਾ ਹੈ ਕਿ ਮੈਂ ਫਿਰ ਉਹੀ ਸਵਾਲ ਰਿਪੀਟ ਕਰ ਰਹੀ, ਆਖਰੀ ਸਵਾਲ ਵੀ ਹੈ ਕਿ ਕੀ ਲੱਗਦਾ ਹੈ ਕਿ ਹੁਣ ਇਹ ਚਲੋ ਆਪਾਂ ਦੇ ਰਹੇ, ਲੇਕਿਨ ਇਹ ਚੀਜ਼ਾਂ ਅਗਰ ਆਪਾਂ ਪਹਿਲਾਂ ਕਰਦੀ ਤਾਂ ਬੈਟਰ ਨਹੀਂ, ਸਾਨੂੰ ਬੈਟਰ ਟ੍ਰੇਨਿੰਗ ਫੈਸਿਲਿਟੀਜ਼ ਦੇਣੀਆਂ ਚਾਹੀਦੀਆਂ। ਦੇਖੋ, ਰਿਵਾਰਡ ਤਾਂ ਜਿਹੜੇ ਹੁੰਦੇ ਆ ਆਫਟਰ ਵਿਨਿੰਗ ਹੁੰਦੇ ਆ, ਲੇਕਿਨ ਉਹ ਜਿਸ ਦੌਰ ਚੋਂ, ਜਿਸ ਸਿਸਟਮ ਚੋਂ ਗੁਜ਼ਰਦਾ ਪਲੇਅਰ, ਉਹਦੇ ਤੇ ਸਾਨੂੰ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ। ਸਰ ਆਖਰੀ ਹੈ ਕਿ ਕਿਆ ਤੁਸੀਂ ਆਖਰੀ ਵਰਡਸ ਕਿਆ ਕਹਿਣਾ ਚਾਹੋਗੇ, ਕਿਉਂਕਿ ਬਹੁਤ ਵੱਡੀ ਜਿੱਤ ਹੈ ਭਾਰਤ ਲਈ? ਨਹੀਂ, ਦੇਖੋ, ਮੈਂ ਕਹਿੰਦਾ ਇਹ ਸਾਨੂੰ ਇਹੋ ਜਿਹਾ ਮਾਹੌਲ ਬਣਾਉਣਾ ਚਾਹੀਦਾ ਦੇਸ਼ ਦੇ ਵਿੱਚ। ਹਮੇਸ਼ਾ ਨੈਗੇਟਿਵਿਟੀ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਹਮੇਸ਼ਾ ਸਾਨੂੰ ਖੁਸ਼ ਰਹਿਣ ਲਈ ਪੋਜ਼ਿਟਿਵ ਵੀ ਹੋਣਾ ਚਾਹੀਦਾ। ਅਸੀਂ ਦੇਸ਼ ਲਈ ਕੀ ਕੰਟਰੀਬਿਊਟ ਕਰਦੇ ਹਾਂ, ਸਾਡਾ ਇਹੋ ਜਿਹਾ ਨਜ਼ਰੀਆ ਵੀ ਹੋਣਾ ਚਾਹੀਦਾ। ਥੈਂਕ ਯੂ ਸੋ ਮਚ ਸਰ। ਸਾਡਾ ਨਜ਼ਰੀਆ ਪੋਜ਼ਿਟਿਵ ਹੋਣਾ ਚਾਹੀਦਾ, ਹਰ ਚੀਜ਼ ਪੋਜ਼ਿਟਿਵ ਹੁੰਦੀ ਹੈ, ਇਹ ਕਹਿਣਾ ਹੈ ਪ੍ਰਗਟ ਸਿੰਘ ਸਰ ਦਾ। ਜਿਸ ਤਰੀਕੇ ਦੇ ਨਾਲ ਇੱਕ ਵੱਡੀ ਜਿੱਤ ਹੋਈ ਹੈ, ਉਸ ਤੋਂ ਬਾਅਦ ਇਹਨਾਂ ਨੇ ਬੋਲਿਆ ਕਿ ਕਿਸ ਤਰੀਕੇ ਦੇ ਟੈਕਨੀਕ ਸੁੰਦਰ, ਕਿਸ ਤਰੀਕੇ ਦੀ ਚੀਜ਼ਾਂ ਹੋਣੀਆਂ ਲਾਜ਼ਮੀ ਹੈ, ਉਸ ਬਾਰੇ ਵੀ ਜਾਣਕਾਰੀ ਦਿੱਤੀ। ਕੈਮਰਾਮੈਨ ਸ਼ਰਦ ਦੇ ਨਾਲ ਅਮਨਪ੍ਰੀਤ ਕੌਰ, ਰੋਜ਼ਾਨਾ ਸਪੋਕਸਮੈਨ ਚੰਡੀਗੜ੍ਹ।